फिर जावे तां जावे साडा सिक्खी सिदक ना जावे। फिर जावे तां जावे साडा सिक्खी सिदक ना जावे। ਆਪਾਂ ਵਿਸ਼ੇਸ਼ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਰਹਿਤ ਮਰਿਆਦਾ ਕਿਰਪਾ ਕਰਕੇ ਫਰਮਾਈ ਹੈ ਉਸ ਤੇ ਵਿਚਾਰ ਕਰਨ ਵਾਸਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸਥਾਨ ਤੇ ਸਤਿਗੁਰੂ ਸਜੇ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਐਸੇ ਸੁਨਹਿਰੀ ਅਸੂਲ ਸਾਨੂੰ ਕਿਰਪਾ ਕਰਕੇ ਬਖਸ਼ੇ ਹਨ ਸੋ ਜਿਨ੍ਹਾਂ ਦੇ ਉੱਪਰ ਚੱਲਣ ਤੋਂ ਇਸ ਲੋਕ ਵਿੱਚ ਵੀ ਸਾਡੀ ਕਲਿਆਣ, ਪਰਲੋਕ ਵਿੱਚ ਵੀ ਸਾਡੀ ਸਹਾਇਤਾ ਹੁੰਦੀ ਹੈ। ਵੱਖ ਵੱਖ ਸਮਿਆਂ ਤੇ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਰਹਿਤ ਮਰਿਆਦਾ ਪੁੱਛੀਆਂ, ਬੇਨਤੀਆਂ ਕੀਤੀਆਂ। ਸਾਰੇ ਜੀਆਂ ਦੀ ਸਦਾ ਕਲਿਆਣ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਤੁਲਸੀ ਬਾਣੀ ਦੁਆਰਾ ਆਪਣੇ ਪਵਿੱਤਰ ਸ੍ਰੀ ਮੁਖਵਾਕ ਫਰਮਾਏ ਹਨ। ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ, ਗੁਰਮੁਖ ਨਾਮ ਦਾਨ ਇਸਨਾਨ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਇਹ ਸਾਰਿਆਂ ਵਾਸਤੇ ਸਾਂਝਾ ਅਸੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਇਆ। ਔਰ ਇਹ ਅਸੂਲ ਕੇਵਲ ਬਣਾਇਆ ਹੀ ਨਹੀਂ, ਹੁਕਮ ਹੀ ਨਹੀਂ ਕੀਤਾ, ਆਪ ਵੀ ਇਸ ਅਸੂਲ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਚੱਲੇ ਹਨ। ਸਾਰਾ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਫਿਰ ਸਿਮਰਨ ਭਜਨ ਵਿੱਚ ਜੁੜ ਕੇ ਆਪੇ ਜਪੋ ਆਪਣਾ ਜਾਪ, ਆਪਣੇ ਸਰੂਪ ਦਾ ਆਪ ਚਿੰਤਨ ਕਰਨਾ, ਫਿਰ ਗੁਰੂ ਕੀਆਂ ਸੰਗਤਾਂ ਦਰਸ਼ਨ ਦੀਦਾਰ ਦੇ ਕੇ ਫਿਰ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਜੀ ਨੇ ਆਗਿਆ ਕੀਤੀ, ਪੰਜਵੇਂ ਸਰੂਪ ਦੇ ਵਿੱਚ ਇਸੇ ਤਰ੍ਹਾਂ ਤੀਸਰੇ ਸਰੂਪ ਦੇ ਵਿੱਚ ਆਪ ਜੀ ਨੇ ਆਗਿਆ ਕੀਤੀ, ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹਜ਼ੂਰ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਬੜੇ ਨਿਯਮ ਬਣਾਏ। ਹੱਥ ਪਰਾਇਆ ਨਾਨਕਾ ਉਸ ਸੂਰ ਉਸ ਜਾਏ, ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਹਜ਼ੂਰ ਨੇ ਸਾਡੇ ਵਾਸਤੇ ਨਿਯਮ ਬਣਾਏ ਹਨ, ਬੋਲੀਆ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਚੌਥੇ ਸਰੂਪ ਵਿੱਚ ਬਚਨ ਕੀਤੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਸਾਰੀ ਜੋ ਮਰਿਆਦਾ ਹੈ ਦਸਾਂ ਸਰੂਪਾਂ 'ਚ ਆਪ ਵਰਤ ਕੇ ਵਿਖਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ, ਗੁਰ ਕਰਨੀ ਪ੍ਰਧਾਨ, ਗੁਰੂ ਘਰ ਦੇ ਵਿੱਚ ਕਮਾਈ ਪ੍ਰਧਾਨ ਹੈ, ਜੀਵਨ ਪ੍ਰਧਾਨ ਹੈ, ਕੇਵਲ ਜਵਾਨੀ ਨਹੀਂ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਦੇਸਾਂ ਦੇ ਪੰਥਾਂ ਵਿੱਚ ਵਿਚਰ ਕੇ ਆਪ ਅੰਮ੍ਰਿਤ ਰੂਪ ਬਾਣੀ ਪੜ੍ਹ ਕੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਉਪਦੇਸ਼ ਦਿੱਤਾ ਹੈ। ਸਾਡੇ ਪਾਸ ਬੜੀਆਂ ਭਾਰੀ ਮਿਸਾਲਾਂ ਹਨ। ਸਤਿਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਵਿੱਚ ਜਦੋਂ ਪਹੁੰਚੇ ਹਨ, ਉਸ ਮੌਕੇ ਤੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਬੜੀ ਉੱਚੀ ਸੁਰ ਤੇ ਮਧੁਰ ਸੁਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਅੰਮ੍ਰਿਤ ਵੇਲਾ ਹੈ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਉਚਾਰ ਰਹੇ ਹਨ। ਦਸਤਗੀਰ ਪੀਰ ਦਾ ਚੇਲਾ ਉਹ ਵੀ ਨਦੀ ਤੇ ਆ ਕੇ ਇਸ਼ਨਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਫਿਰ ਇਲਾਹੀ ਬਾਣੀ ਦੀ ਸੁਰ ਆਵਾਜ਼ ਉਹਦੇ ਕੰਨਾਂ ਵਿੱਚ ਵੀ ਪੈਣ ਤੋਂ ਉਹਦਾ ਚਿੱਤ ਇਕਾਗਰ ਹੋਇਆ, ਜੁੜ ਗਿਆ। ਸੋ ਪਰ ਜਦੋਂ ਸੁਣਿਆ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਬਾਤ, ਸ਼ੰਕਾ ਵੀ ਮਨ ਵਿੱਚ ਤੁਰੀ। ਸੋ ਕੁਛ ਦੇਰ ਲੱਗੀ, ਸਮਾਪਤੀ ਹੋਣ ਤੇ ਵਾਪਸ ਗਿਆ। ਪੀਰ ਨੇ ਪੁੱਛਿਆ ਲੇਟ ਕਿਉਂ ਹੈ ਜੀ? ਇੱਕ ਪੀਰ ਵੇਖਿਆ ਔਰ ਉਹ ਕਾਫਰ ਪ੍ਰਤੀਤ ਹੁੰਦਾ ਹੈ। ਉਹਨਾਂ ਨੇ ਕਿਹਾ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਮੈਂ ਤੁਹਾਡੇ ਪਾਸੋਂ ਕੇਵਲ 14 ਪਦ ਕੀ ਸੁਣੇ ਸਨ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ, ਇੱਕ ਜੋ ਸਰੋਤ ਹੈ
ਰਾਗ ਕਿਸੇ ਸਾਜ਼ ਦੇ ਨਾਲ ਗਾਉਣਾ ਇਹ ਤੁਸੀਂ ਮਨਾ ਕੀਤਾ ਹੋਇਆ ਹੈ। ਤੇ ਤੁਹਾਡੇ ਇਸ ਸਥਾਨ ਤੇ ਬਗਦਾਦ ਦੇ ਵਿੱਚ ਜੇ ਮਰਿਆਦਾ ਭੰਗ ਹੋ ਜਾਵੇ ਤਾਂ ਬਾਹਰ ਮਰਿਆਦਾ ਕਿਵੇਂ ਚੱਲੇਗੀ। ਸੋ ਦਸਤਗੀਰ ਪੀਰ ਨੇ ਆਪਣੇ ਚੇਲਿਆਂ ਨੂੰ ਭੇਜਿਆ, ਜਾਓ ਸੰਗ ਮਾਰ ਕਰੋ, ਪੱਥਰ ਮਾਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਭਾਵੇਂ ਪੱਥਰ ਲੈ ਕੇ ਆਏ, ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਜੈਕਾਰਾ ਸਭ ਤੋਂ ਪਹਿਲਾਂ ਉੱਥੇ ਬੁਲਾਇਆ ਹੈ, ਉਸ ਮੌਕੇ ਤੋਂ ਸੁਰਨ ਮੁੰਨ ਨਗਰੀ ਭਾਈ ਦੇਖ ਪੀਰ ਪਾਇਆ ਹੈ ਰੰਨ। ਹਜ਼ੂਰ ਨੇ ਆਗਿਆ ਕੀਤੀ, ਪੀਰ ਜੀ ਜੋ ਤੁਸੀਂ ਕਹਿੰਦੇ ਹੋ ਕਿ ਕੇਵਲ 14 ਤਬਕ ਲਿਖੇ ਨੇ, ਨਹੀਂ, ਮੁਹੰਮਦ ਸਾਹਿਬ ਨੂੰ ਇੰਨਾ ਹੀ ਪਤਾ ਹੋਵੇਗਾ। ਸੋ ਪਰ ਸਾਨੂੰ ਏਡੀ ਵੱਡੀ ਗਿਆਤ ਪਰਮੇਸ਼ਰ ਨੇ ਬਖਸ਼ੀ ਹੈ, ਇਸ ਵਾਸਤੇ ਸੱਚ ਹੀ ਕਿਹਾ ਹੈ। ਫਿਰ ਜੋ ਤੁਸੀਂ ਰਾਗ ਦੇ ਬਾਰੇ ਕਹਿੰਦੇ ਹੋ, ਰਾਗ ਦਾ ਕੋਈ ਕਸੂਰ ਨਹੀਂ। ਇੱਕ ਭਾਂਡਾ ਹੈ, ਉਸ ਦੇ ਵਿੱਚ ਭਾਵੇਂ ਮਿੱਟੀ ਦਾ ਭਾਂਡਾ ਹੈ, ਉਸ ਦੇ ਵਿੱਚ ਜੇ ਅੰਮ੍ਰਿਤ ਪਾ ਕੇ ਕੋਈ ਪੀਵੇਗਾ ਤਾਂ ਉਹ ਅਮਰ ਹੋ ਜਾਵੇਗਾ। ਉਸ ਭਾਂਡੇ ਵਿੱਚ ਜੇ ਕੋਈ ਜ਼ਹਿਰ ਪਾ ਕੇ ਪੀਵੇਗਾ ਉਹ ਜ਼ਰੂਰ ਉਹਨੇ ਮਰ ਜਾਣਾ। ਭਾਵੇਂ ਸੋਨੇ ਦੇ ਭਾਂਡੇ ਵਿੱਚ ਵੀ ਜ਼ਹਿਰ ਪਾ ਕੇ ਪੀਤੀ ਜਾਵੇ ਉਹਦੇ ਨਾਲ ਮਰ ਜਾਣਾ। ਪਰ ਜੇ ਭਾਂਡਾ ਵੀ ਸੋਨੇ ਦਾ ਹੋਵੇ ਤੇ ਵਿੱਚ ਉਹਦੇ ਅੰਮ੍ਰਿਤ ਪਾ ਕੇ ਪੀਤਾ ਜਾਵੇ, ਅਮਰ ਵੀ ਹੋ ਜਾਣਾ ਤੇ ਮਹਿਮਾ ਵੀ ਦੂਣੀ ਹੈ। ਭਾਂਡੇ ਦਾ ਕਸੂਰ ਨਹੀਂ, ਜਿਹੜੀ ਚੀਜ਼ ਵਿੱਚ ਪਾਉਣੀ ਹੈ ਉਹਦਾ ਕਸੂਰ ਹੈ। ਜੋ ਤੁਸੀਂ ਕਹਿੰਦੇ ਹੋ ਕਿ ਰਾਗ ਬੜਾ ਮਾੜਾ ਹੈ, ਮਨ ਚੰਚਲ ਕਰਨ ਵਾਲਾ ਵਿਕਾਰ ਕਰਦੇ ਹਨ, ਸੋ ਗਲਤ ਕਹਿ ਰਹੇ ਹੋ। ਰਾਗ ਦਾ ਕੋਈ ਕਸੂਰ ਨਹੀਂ। ਰਾਗ ਦੇ ਵਿੱਚ ਜਿਹੜੀ ਚੀਜ਼ ਗਾਈ ਜਾਣੀ ਹੈ ਉਹਦਾ ਅਸਰ ਮਨ ਤੇ ਪੈਣਾ ਹੈ। ਜੇ ਰਾਗ ਦੇ ਵਿੱਚ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਗਾਈਆਂ ਜਾਣ ਤਾਂ ਸੁਨਹਿਰੀ ਭਾਂਡੇ ਵਿੱਚ ਜ਼ਹਿਰ ਪਾ ਕੇ ਪੀਣ ਵਾਲੀ ਗੱਲ ਹੈ। ਪਰ ਜੇ ਰਾਗ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਏ ਜਾਣ ਤਾਂ ਸੁਨਹਿਰੀ ਭਾਂਡੇ ਵਿੱਚ ਅੰਮ੍ਰਿਤ ਪੀ ਕੇ ਅਮਰ ਹੋਣ ਦੀ ਨਿਆਈ, ਸੋ ਉਹ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ। ਇਸ ਵਾਸਤੇ ਤੁਸੀਂ ਇਹ ਗਲਤ ਕਾਨੂੰਨ ਬਣਾਇਆ ਕਿ ਇੱਥੇ ਕੋਈ ਰਾਗ ਨਾ ਗਾਵੇ। ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇਹ ਪਵਿੱਤਰ ਸਾਖੀ ਆਪਣੇ ਪਾਸ ਹੈ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਹਰ ਰੋਜ਼ ਕੀਰਤਨ ਕਰਦੇ ਰਹੇ ਔਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਬਾਣੀ ਦਾ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਰਹੇ ਤੇ ਇਸ਼ਨਾਨ ਕਰਦੇ ਰਹੇ। ਸੋ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਪਤਾ ਲਿਆ ਕਾਸ ਲੱਖ ਪੁਰਖ ਵਿੱਚ ਸਭ ਦਿਖਲਾਈ। ਸਤਿਗੁਰੂ ਨਾਨਕ ਸਾਹਿਬ ਜੀ ਨੇ ਸ਼ੰਕਾ ਮੇਟੀ ਸੀ ਉਸ ਬਗਦਾਦ ਦੇ ਪੀਰ ਦੀ, ਨਾਲ ਇਹ ਬਖਸ਼ਿਸ਼ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਜਿੱਥੋਂ ਇਹ ਕਾਨੂੰਨ ਬਣਿਆ ਔਰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਬਣਾਇਆ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਬਾਣੀ ਦਾ ਨਿਤਨੇਮ ਔਰ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਅਤਿਅੰਤ ਜ਼ਰੂਰੀ। ਫਿਰ ਹੋਰ ਮਰਿਆਦਾ ਦੱਸੀ ਆਪਣੇ ਪਿਆਰਿਆਂ ਨੂੰ। ਸੱਚੇ ਪਾਤਸ਼ਾਹ ਮੁਲਤਾਨ ਦੇ ਵਿੱਚ ਜਾਂਦੇ ਹਨ, ਉੱਥੋਂ ਪੀਰ ਦੁੱਧ ਦਾ ਕਟੋਰਾ ਭਰ ਕੇ ਲਿਆਏ। ਸੱਚੇ ਪਾਤਸ਼ਾਹ ਜੀ ਅੰਤਰਜਾਮੀ ਹਨ, ਜਾਣਦੇ ਹਨ। ਆਪਣੇ ਬਗਲ ਦੇ ਵਿੱਚੋਂ ਚਮੇਲੀ ਦਾ ਫੁੱਲ ਕੱਢ ਕੇ ਉਹਦੇ ਉੱਪਰ ਤਾਰਿਆ, ਦੱਸ ਦਿੱਤਾ। ਉਹਨਾਂ ਦਾ ਖਿਆਲ ਸੀ, ਕਹਿੰਦੇ ਜੀ ਇਹ ਸ਼ਹਿਰ ਅੱਜ ਵੀ ਪਿਆਲਾ ਭਰਿਆ ਹੋਇਆ, ਇਹਦੇ ਵਿੱਚ 2-4 ਬੂੰਦਾਂ ਦੁੱਧ ਦੀਆਂ ਨਹੀਂ ਸਮਾਉਂਦੀਆਂ। ਇਸ ਸ਼ਹਿਰ ਦੇ ਵਿੱਚ ਇਹ ਸ਼ਹਿਰ ਇੱਕ ਪਿਆਲਾ ਹੈ, ਇਹ ਪੀਰਾਂ ਰੂਪੀ ਦੁੱਧ ਨਾਲ ਭਰਿਆ ਹੋਇਆ, ਇਹਦੇ ਵਿੱਚ ਹੋਰ ਕਿਸੇ ਪੀਰ ਫਕੀਰ ਦੀ ਗੁੰਜਾਇਸ਼ ਨਹੀਂ, ਤੁਸੀਂ ਵਾਪਸ ਚਲੇ ਜਾਓ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਹਾ ਇਹ ਗਲਤ ਹੈ ਜੋ ਤੁਸੀਂ ਕਹਿੰਦੇ ਹੋ, ਇਹ ਨਹੀਂ ਠੀਕ। ਸੋ ਅਸੀਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਗੁਪਤੀ ਪ੍ਰਸ਼ਨ ਤੇ ਗੁਪਤੀ ਉੱਤਰ ਦਿੱਤਾ। ਚਮੇਲੀ ਦਾ ਫੁੱਲ ਉਹਦੇ ਜੋ ਬਾਟਾ ਸੀ, ਜੋ ਕੌਲਾ ਸੀ, ਉਸ ਭਾਂਡੇ ਦੇ ਉੱਪਰ ਤਾਰ ਦਿੱਤਾ ਹੈ, ਉੱਤਰ ਦੇ ਦਿੱਤਾ। ਭਾਈ ਬਾਲਾ ਜੀ ਪੁੱਛਦੇ ਨੇ, ਭਾਈ ਮਰਦਾਨਾ ਜੀ ਉਸ ਮੌਕੇ ਚੜ੍ਹਾਈ ਕਰ ਚੁੱਕੇ ਸਨ। ਮਹਾਰਾਜ ਇਹ ਕੀ ਉਪਕਾਰ ਜੀ ਨੇ ਕੀਤਾ, ਸੋ ਮੈਨੂੰ ਵੀ ਸਮਝਾਓ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹਨਾਂ ਨੇ ਗੁਪਤੀ ਪਰਸ਼ਨ ਸੀ, ਉੱਤਰ ਇਹਨਾਂ ਨੂੰ ਦੇ ਦਿੱਤਾ ਹੈ। ਮਹਾਰਾਜ ਸਾਨੂੰ ਪਤਾ ਲੱਗੇ। ਹਜ਼ੂਰ ਕਹਿਣ ਲੱਗੇ ਜਿੱਥੇ ਵੀ ਗੁਰੂ ਕੇ ਸਿੱਖ ਨੇ ਰਹਿਣਾ ਹੈ ਉੱਥੇ ਕੋਈ ਕਿਸੇ ਪ੍ਰਕਾਰ ਦੀ ਦੁਨੀਆਂ ਕੌਮਾਂ ਕੋਈ ਵੀ ਉੱਥੇ ਆਦਮੀ ਜਿਹੜੇ ਵਸ ਰਹੇ ਹਨ ਪਹਿਲਾਂ, ਉੱਥੇ ਜਦੋਂ ਗੁਰੂ ਕਾ ਸਿੱਖ ਜਾ ਕੇ ਦੇਸ਼ ਵਿੱਚ ਰਹੇ, ਪ੍ਰਦੇਸ਼ ਵਿੱਚ ਰਹੇ, ਕਿਧਰੇ ਵੀ ਰਹਿਣਾ ਚਾਹੇ, ਉਸ ਮੌਕੇ ਤੇ ਉਹਨੂੰ ਜਾ ਕੇ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਕਿਹਾ ਸੀ ਦੁੱਧ ਦਾ ਪਿਆਲਾ ਭਰਿਆ ਹੋਇਆ ਹੈ, ਇਹਦੇ ਵਿੱਚ ਦੁੱਧ ਨਹੀਂ ਸਮਾਉਂਦਾ। ਅਸੀਂ ਚਮੇਲੀ ਦਾ ਫੁੱਲ ਉੱਪਰ ਤਾਰਿਆ, ਦੁੱਧ ਨਹੀਂ ਡੁੱਲਣ ਦਿੱਤਾ ਔਰ ਫੁੱਲ ਵਿੱਚ ਨਹੀਂ ਡੁੱਬਿਆ ਔਰ ਫਿਰ ਦੁੱਧ ਨੂੰ ਖਾਲੀ ਨਹੀਂ ਛੱਡਿਆ, ਇਹਦੇ ਵਿੱਚ ਖੁਸ਼ਬੂ ਕਰ ਦਿੱਤੀ ਹੈ। ਜਿੱਥੇ ਵੀ ਗੁਰੂ ਕਾ ਸਿੱਖ ਜਾਵੇ ਉੱਥੇ ਜਿੱਥੇ ਜਾਣਾ ਕਿਸੇ ਨੂੰ ਤੰਗ ਨਹੀਂ ਕਰਨਾ, ਉਹਨਾਂ ਦੇ ਵਿੱਚ ਸਮਾਈ ਕਰਨੀ ਹੈ। ਜਿਵੇਂ ਫੁੱਲ ਨੇ ਸਮਾਈ ਕੀਤੀ ਹੈ ਦੁੱਧ ਦੇ ਵਿੱਚ, ਉਹ ਸਿੱਖ ਨੇ ਸਮਾਈ ਕਰਨੀ ਹੈ ਉਹਨਾਂ ਦੇ ਵਿੱਚ। ਪਰ ਸਮਾਈ ਕਰਦਿਆਂ ਹੋਇਆ ਉਹਨਾਂ ਦੇ ਵਿੱਚ ਹੀ ਨਹੀਂ ਸਮਾ ਜਾਣਾ। ਜਿਵੇਂ ਫੁੱਲ ਰਿਹਾ ਵੀ ਵਿੱਚ ਆ ਪਰ ਸ਼੍ਰੋਮਣੀ ਰਿਹਾ, ਉੱਪਰ ਤਰਦਾ ਰਿਹਾ।
ਗੁਰੂ ਕੇ ਸਿੱਖ ਨੇ ਆਪਣੀ ਰਹਿਤ ਮਰਿਆਦਾ ਨੂੰ ਛੱਡਣੀ, ਰਹਿਤ ਮਰਿਆਦਾ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ। ਦਸਮ ਸਰੂਪ ਦੇ ਵਿੱਚ ਜੋ ਬਚਨ ਹਨ, ਰਹਿਣੀ ਰਹਾ ਸੋਈ ਸਿੱਖ ਮੇਰਾ, ਉਹ ਸਾਹਿਬ ਹੈ ਉਸका चेहरा, जब लग खालसा रहे न्यारा, तब लग तेज दियो मैं सारा। दसवें ਸਰੂਪ ਦੇ ਵਿੱਚ ਵੀ ਉਹੀ ਬਚਨ ਕੀਤੇ ਹਨ, ਖਾਲਸੇ ਨੇ ਰਹਿਣਾ ਸਾਰਿਆਂ ਦੇ ਵਿੱਚ ਹੈ, ਪਰ ਰਹਿਤ ਮਰਿਆਦਾ ਵਿੱਚ ਸਭ ਤੋਂ ਸ਼੍ਰੋਮਣੀ ਰਹਿਣਾ ਹੈ। ਔਰ ਜਿੱਥੇ ਰਹਿਣਾ ਹੈ, ਜਿਵੇਂ ਫੁੱਲ ਦੁੱਧ ਦੇ ਵਿੱਚ ਜਦੋਂ ਰਿਹਾ ਉਹਨੇ ਦੁੱਧ ਨੂੰ ਖਾਲੀ ਨਹੀਂ ਛੱਡਿਆ, ਸਗੋਂ ਉਹਦੇ ਵਿੱਚ ਆਪਣੀ ਖੁਸ਼ਬੂ ਭਰੀ ਹੈ। ਜਿੱਥੇ ਵੀ ਗੁਰੂ ਕਾ ਸਿੱਖ ਰਹਿ ਉੱਥੇ ਭਾਵ ਭਗਤੀ ਦੀ, ਪਰਮੇਸ਼ਰ ਦੀ ਉਪਾਸਨਾ ਦੀ, ਕੀਰਤਨ ਦੀ, ਕਥਾ ਦੀ, ਸਿਮਰਨ ਭਜਨ ਦੀ, ਗੁਰਸਿੱਖੀ ਦੀ ਖੁਸ਼ਬੂ ਜ਼ਰੂਰ ਵਿੱਚ ਭਰਨੀ ਹੈ। ਸੋ ਕਿਸੇ ਨੂੰ ਖਾਲੀ ਨਹੀਂ ਰਹਿਣ ਦੇਣਾ ਜਿਹੜੇ ਨੇੜੇ ਤੇੜੇ ਵਾਲੇ ਹਨ। ਇਹ ਰਹਿਤ ਮਰਿਆਦਾ ਪਹਿਲੇ ਸਰੂਪ ਦੇ ਵਿੱਚ ਆਪ ਜੀ ਨੇ ਕਾਇਮ ਕੀਤੀ। ਦੂਸਰੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਭਲਾ ਜੀ, ਭਾਣਾ ਜੀ ਤੇ ਭੁੱਲ ਗਏ ਜੀ। ਸੇਵਕ ਉਹ ਹੈ ਆਗਿਆ ਸਮਨੀ ਸਾਹਿਬ ਸੇਵਾ। ਇਹ ਮਰਿਆਦਾ ਮਹਾਰਾਜ ਸਾਹਿਬ ਨੇ ਬਣਾਈ ਹੈ। ਮਰਿਆਦਾ ਦੇ ਬਾਰੇ ਹੁਕਮ ਹੋਇਆ ਬੋਲ। ਮਰਿਆਦਾ ਹੈ ਕਿ ਆਗਿਆ ਸਮਨੀ ਸਾਹਿਬ ਸੇਵਾ। ਆਗਿਆ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ। ਪਹਿਲੇ ਸਰੂਪ ਵਿੱਚ ਬਚਨ ਹਨ, ਸਲਾਮ ਜਵਾਬ ਦੋਵੇਂ ਕਰੇ, ਮੁੱਢਾ ਉੱਠਾ ਜਾਏ, ਨਾਨਕ ਦੋਵੇਂ ਕੂੜੀਏ, ਹਾਏ ਨਾ ਕਾਈ ਪਾਏ। ਸਲਾਮ ਵੀ ਕੀਤੀ, ਝੁਕੇ ਵੀ, ਨਮਸਕਾਰ ਵੀ ਕੀਤੀ, ਮੱਥਾ ਵੀ ਟੇਕਿਆ। ਗੁਰੂ ਕੇ ਸਿੱਖ ਅੰਮ੍ਰਿਤ ਛਕ, ਗੁਰੂ ਕੇ ਸਿੱਖ ਕੁਰੈਤਾ ਛੱਡ, ਗੁਰੂ ਕੇ ਸਿੱਖ ਰਹਿਤ ਮਰਿਆਦਾ ਚ ਪ੍ਰਪੱਕ ਹੋ, ਗੁਰੂ ਕੇ ਸਿੱਖ ਧਰਮ ਦੇ ਕਿਰਤ ਕਰ ਵੰਡ ਕੇ ਛਕ, ਗੁਰੂ ਕੇ ਸਿੱਖ ਬਾਣ ਦਾ ਨਿਤ ਰੇਣੀ ਬਣ। ਇਹ ਨਹੀਂ ਗੱਲ ਮੇਰੇ ਪਾਸੋਂ ਹੋਈ। ਫਿਰ ਭਾਈ ਕੇਵਲ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਨੀ। ਹੁਣੇ ਆਪਾਂ ਸੁਣਿਆ ਸੀ, ਸਾਧ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਆਗਿਆ ਮੰਨਣ ਦੇ ਬਰਾਬਰ ਹੋਰ ਕੋਈ ਵੱਡੀ ਸੇਵਾ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੇ ਕਿਵੇਂ ਬਖਸ਼ਿਸ਼ ਕੀਤੀ, ਕਾਰਨ ਕੀ? 3 ਅੱਖਰ ਰਸਨਾ ਤੇ ਭਲਾ ਜੀ, ਭਾਣਾ ਜੀ ਤੇ ਭੁੱਲ ਗਏ। ਪੁਰਖਾ ਇਹ ਕੰਮ ਨਹੀਂ ਸੀ ਕਰਨਾ, ਭੁੱਲ ਗਏ ਜੀ। तो इसे तरह करना पैना भाणा जी। तो ठीक है, हाँ जी भला जी, भला जी, भाणा जी भुल गए जी। वो दूसरा अखर अपनी रचना तो कढ़िया ही नहीं सच्चे पातशाह जी ने। बेअंत साखे हम अपने पास इन्हें समा नहीं, बड़े गुरमुख चढ़ती तो चढ़ती कला वाले अपन पवित्र बचन सुनाने वाले ने। पर एक एक पातशाह जी के बारे में विचार के देख लीजिए, यही गल होगी, सिद्ध होगा, यही निचोड़ तक निकलेगा कि हुक्म मनना गुरसिक्खी दे विच बड़ा भारी जरूरी है। और हुक्म गुरु का मनना और किसी का नहीं। गुरु के सिखा का हुक्म जो होगा वो गुरु की मर्यादा अनुसार होगा। वो 5 प्यारा का हुक्म गुरु का हुक्म जान करके हरेक सिंह नूं, हरेक माई भाई नूं उस हुक्म अगे शीश झुकाउणा पवे। तो सतगुरु अंगद साहब सच्चे पातशाह जी जो हमेशा आग्या विच रहे, परवाह नहीं की। ठंड दे विच आप जी का शरीर जड़ हो जाना, अत्यंत ठंड का कारण, या अद्धी रात नूं ठीक पहले दसना जी अद्धी रात है। हजूर कहते पुरखा फिर वे महाराज अद्धी रात है। बाबा बुढ़ा जी अगे ये बचन कह के फेल हो चुके हैं। तीसरी बारी कहा, ख्याल किया रात अद्धी है, सच ही बोलिया। कारण की ਉਹ ਮਨਾ ਉਹ ਬੁੱਧੀ ਨਾਲ ਨਿਸ਼ਚਾ ਕੀਤਾ ਨਾ ਕਿ ਅੱਧੀ ਰਾਤ ਹੈ, ਬੁੱਧੀ ਦੇ ਮੰਡਲ ਵਿੱਚ ਫਿਰਦਾ ਹੈ। ਸੋ ਇਹ ਆਪਣੀ ਬੁੱਧੀ ਦੀ ਚਾਤਰਤਾ ਛੱਡ ਗੁਰੂ ਕੇ ਚਰਨਾਂ ਵਿੱਚ ਬੇਨਤੀ ਕੀਤੀ, ਪੁਰਖਾ ਕਿੰਨੀ ਰਾਤ ਰਹਿੰਦੀ ਹੈ। ਹਜੂਰ ਮੈਂ ਭੁੱਲ ਗਿਆ ਸੀ। 10 ਭਾਈ ਝੂਠ ਬੋਲਣਾ ਨਹੀਂ, ਬੋਲ ਗਿਆ ਸੱਚ ਧਰਮ, ਝੂਠ ਨਾ ਬੋਲੀਆ। तो की 10 कितनी रात गुजरी है। सच्चे पातशाह जिन्नी रात गुजारी है गुजर गई है, और जिन्नी तुसीं बाकी रखी है सच्चे पातशाह उन्नी बाकी रही है। दास नूं की पता, बुद्धि की हल्का तो परे हो गए। उस वेले बाबा बुढ़ा जी समझ गए कि साडे नालों पहला दर्जा लै गए। मैं भी बड़ा भारी सेवा करता सी, पर नहीं, मैनूं ख्याल सी कि मैं बड़ा सेवादार हाँ, पर आग्या विच चलदियां होया अपनी बुद्धि उत्ते नहीं, उत्ते गुरु की आग्या। तो सतगुरु अंगद साहब सच्चे पातशाह ने छाती नाल ला के जदों इत्थों तक भी कहा गया कि मुर्दा खाओ, इत्थों तक भी 4 चफेरे फिर लग परे चिखा बनी हुई दे। पुछया पुरखा खांदा नहीं जी, आग्या किहड़े पासों है? इहदे पैरों तो लैके सिर तक कपड़ा चकिया, 3 मेल का कड़ा प्रसाद अथवा सारा सांग ही आलोप कर दिता है। छाती नाल घुट के ला लिया, गुर अंगद गुर अंग ते गंगा जान तरंग उठाए। सो जे कदे क्या किकरां तो मठियाई झाड़ो, साहिबजादे ने कह दिता
कोई ऋषि मुनि पीर पैगंबर ऐसा नहीं होया जिन्हें किसी बिरछां तो ये मचाइयां झाड़ियां हो, इथों कंडे डिगन गए, कोई पत्थर थोड़े बहुत डिग पैणगे, इन्ना शर्मिंदा क्यों करना चाहते मैनूं संगतां विच? तुहानूं नहीं चंगा लगता तो इस तरह तो रहण दो, बैठा रहण दो। लोग कहेंगे पागल हो गया साहिबजादा। पर सतगुरु अंगद साहब जी नूं आग्या हुंदी है, अद्धा बचन रसना विचों निकलिया, अद्धा हाले नहीं। झट उस वे कमर कसा करके जाके मठियाई झाड़नी शुरू की। तो खालसा जी जिथे गुरु की मर्यादा, गुरु का हुक्म है, उसे गुरु के सिख नूं आपा भाव मिटना पवेगा और गुरु के हुक्म के अगे अपना शीश झुकाउणा पवेगा। कहते सन कुछ लोग दसम पातशाह जी के मौके भी एक ही करन लग पाया, देवी पुट्ठी पै गई। लो जी कदे गुरा ने अपने चेलियां नूं सिखां नूं वढिया, नावें पातशाह तक अपने सिखां की प्रतिपाला हुंदी आई, मरदियां ने जिउंदे करते रहे। उन्हें कहण लगे ने असीं सिखां नूं आप ही वढ देना। सो उस मौके ते जिहड़े कच्चे मनां वाले सन तो हिल गए। पर धन गुरु के प्यारे पंज प्यारे जिन्होंने केवल यही जानिया कि शीश गुरु के चरणों च भेटा किया होया है, तन मन धन सब सौंप गुरु को हुक्म मन्निया पाइया। उन्हें इस विचारन वाले तहील हुज्जत करने का मौका ही नहीं। महाराज शीश हाजिर है, सो एक गलती कर बैठा है। की गलती की महाराज? तुहाडा पहला हुक्म नहीं मन्निया, दूसरा हुक्म मौके नहीं उठिया। जदों से लैके तुहाडे चरणों पहुंचा सी, तन मन धन तुहाडे चरणों पहले ही हाजिर कर चुका सी। मैं गलती की, दो बारी अपने सिर नूं लुका के क्यों रखिया? ये मुआफी दो और दास का शीश हाजिर है। सच्चे पातशाह जी ने झटका दिता है और एक दे झटके जाण तो दूजे वास्ते बड़ी मुश्किल सी हो कि पहला तो कोई शक सी, वो शक नहीं रही। दूसरे सिख ने सिर देना, तीसरे ने, चौथे ने, पंजवें ने। सो आग्या मनी तो किड्डी वड्डी भारी दात मिली। उन्होंने पंजा ने अपना रूप बना करके बचन कहा है कि खालसा मेरा रूप है खास, खालसे मैं हौल करो निवास। गुरु घर दे विच आग्या मननी सब तो वड्डी गल है। सतगुरु अमरदास सच्चे पातशाह जी आग्या मनी सतगुरु अंगद साहब जी की, जो हुक्म किया। नहीं तो साहिबजादियां पहले पातशाह ने साहिबजादे ने भी कहाया कि पुत्री कौल ना पालियो, कर पीरों कन मुरटिया, दिल खोटा आकी फिरन पन भार उचैन छटिया। दासू ते दासू जाओ भाई गोंदे दे नाल जाओ, उस नगरी दे विचों प्रेत कढ आओ। लो जी सानू भूतां प्रेतां तो मरवाउणा चाहुंदे हो, पुरखा तू जा सत बचन जी मुरता गद्दी दे मालक बन के शब्द फरमाया से हुक्म ने परफाए। सो जह बैसा वे तह बैसा स्वामी, जह तेज तह जावा, सब नगरी में एको राजा, सब पवित्र है खावा। जिथे भेजो महाराज जाता है, जिथे बिठाओ बैठता है। आज्ञा मनी और किड्डी वड्डी भारी सेवा की सतगुरु अमरदास जी ने 72 तो 84 साल की अवस्था तक आप अपने हथी सेवा करके गरीब नवाज सच्चे पातशाह जी ने गुरता गद्दी आप जी ने प्राप्त की। और ताम बचन उच्चारे ने कि सतगुरु की सेवा सफल है, जे को करे चित लाए। एवं नहीं किया कि आप सेवा ना की होवे तो कह दिता भी सिखो तुसी सेवा करो। आप सच्चे पातशाह जी ने जो हुक्म करना सी अपने हथी और अपने शरीर के तौर से वरता के सच्चे पातशाह जी ने तां सानू आग्या की है। गरीब नवाज सच्चे पातशाह महाराज साहब जी ने मेहरां कीतियां। चौथे स्वरूप के विच भी यही गल बनी। भाई रामा भी सतगुरु रामदास जी भी दोवां का संबंध भी इको जिहा है। सेवादार भी बड़े तगड़े ने। संगतां ने पुछया जी गुरता गद्दी किन्हां नूं? संगते आपे परख लो। परख होण लगी, खड़े बने सब संगत आप जानते हो। अखीर तीसरी बारी कहण लगा भाई रामा महाराज तुसीं बुढ़े हो गए, तुहाडी उम्र 106 साल की हो गई है, तुहानूं चेता भुल गया मैं ठीक बनाया। अच्छा साडी उम्र की परख कर लगे। चंगा भाई बचन कहान कोई गुरमुख बुढ़े कदे ना है जिन्हें अंतर सुरत ज्ञान। ठीक है भाई। सतगुरु रामदास जी ने आग्या हुई पुरखा खड़े ठीक नहीं बने, हजूर में भुलन हार तुम बख्शण योग हो। ठीक ही ठीक नहीं बनिया, मेरी बुद्ध छोटी है, तू समरथ वड्डा, मेरी मत थोरी राम, पालह अकिरत कहना पूर्ण दृष्टि तेरी राम। तो गुरु के अगे जिन्हें जिन्होंने शीश नवाया और आज्ञा मनी उन्होंने बख्शिश हुई है। अगे मिसाल है अपने पास कुर्सीए दी। सतगुरु अर्जन साहब सच्चे पातशाह ने आज्ञा मननी, उन्हें ना मननी।
फिर सतगुरु सच्चे पातशाह इसे तरह अगे तो अगे चलो, पोतरे नूं दात मिली ते फिर कोई मौका आया तो पोतरे ने दादे नूं दात दी। सतगुरु 8वें पातशाह जी ने सतगुरु तेग बहादुर साहब दादा जी ने दात दी। इको एक कारण कि आग्या विच चलना कि हुक्म विच चलना। 10वें पातशाह महाराज साहब के मौके के बारे दास बेनती कर चुका है, समा ज्यादा न लग जाता होवे। सतगुरु सच्चे पातशाह ने जिन्होंने ने आग्या मनी परख की है, इतिहास पढ़ के वेखो सब तो पहला परख होई जो राम राय दे संत सन उन्होंने कुरीति की, उन्होंने दंड मिलिया। फिर सच्चे पातशाह महाराज साहब ने सारे पंडित इकट्ठे किए ब्राह्मणी जाल तो छुड़ाने वास्ते कि नाराजगी न करन कि सानू क्यों पिछे किया गया। भाई जिन्होंने मांस खाना उन्होंने 5-5 मोहर, जिन्होंने खीर खानी है उन्होंने एक मोहर, मांस वाले पासे वड्डियां वड्डियां पंगतां, खीर वाले पासे थोड़े जो रह गए। महाराज कहेंगे जाओ बसिरके हो चुके हो, माया वास्ते अपना धर्म छड़ चुके हो। देना तो धन सी पर असीं झूठ नहीं बोलते, बचन जो असीं उसे तरह करांगे। पर असीं मांस खाने नूं एक मोहर तो खीर खाने नूं 5-5 मोहर। और भी कोई तुहाडे विचों है असीं परख करनी चाहुंदे हां। सो केशवदास पंडित है जी साडे विचों, लियाओ भाई उन्होंने भी बुलाया गया। उन्होंने भी अपनी जो मन मर्जी सी कीती। हजूर सच्चे पातशाह ने ब्राह्मण जात तो सानू छुड़ाउण वास्ते उस समय वास्ते उसकी गल मनी। एवें ने कह देवे कि मैं सच्चा सी, यतन उन्हें अपना बड़ा किया, झूठा निकलिया। कारण की पंडित जी सो चंडी किधर गई, महाराज कोई चंगी कोई बलि दो। महाराज कहेंगे पवित्र बलि देनी चाहिए है ना। सियाणा सी बड़ा केशवदास पंडित बड़ा चतुर समझ गया कि असं ब्राह्मणी 4 युगों के गुरु से देवते तो पवित्र कहाउंदे है, मैनू ही वढ़ के हुण विच सिटणगे, मैं झूठा निकलिया हाँ, पज निकलिया उत्थे। सच्चे पातशाह कहण लगे ये भी चंगा होया, हुण पण तो तुहाडा कोई हक नहीं रहा सिखां दे उपर। असीं कह देना है कि सेव करी इन्हीं की पावत और के सेव सुहात न जी को। सो पातशाह महाराज साहब ने कृपा की और अपनी तलवार ही म्यान विचों कढ़ के कहा कि यही साडी चंडी, आस कृपान खंडो खड़ग तुक तबर और तीर साहब सरोही साहसी यह हमारे पीर। और सतगुरु सच्चे पातशाह ने वचन किए जिते शस्त्र नामों नमस्कार सामन। ये सारे की परख होने तो बाद हुण सिखां की परख हुई। जो दास बेनती कर चुका है, सिखां की परख कर तो 5 सिख नितरे हैं और 5 नूं अपने हत्थीं झटकाया। कई खालसा जी साखियां लोकी साड़ी पुष्ट सरदा तोड़न वास्ते, कई कहते हैं असीं बड़े अगाह वधू ख्यालों की नवीं खोज करते हाँ। उन्होंने खोज करदे केवल अपने आप को वड्डे बनाउण वास्ते सतगुरु सच्चे पातशाह दा निश्चा जो साडे मन विच उन्होंने उपेड़ना नहीं चाहिए। कई लोग कह देंगे शायद बकरे वढ़ दिते होंगे। ये सतगुरु अर्जन साहब जी की बाणी झूठी है। सतगुरु मेरा सर्ब प्रतिपाला है, सतगुरु मेरा मार की गल, मार के सच्चे पातशाह जी हत्थीं ते जिउंदा कर देंदे अपने प्यारिਆਂ ਨੂੰ। बल्कि मृतक तो पायो तन सासा विशर स्थान मिलाया, पशु पेट मुग्ध पैस रोते हर नामा मुक्त गाया। किन्नियां मरिया ने जिउंदे कीता, जिहड़े गुरु की बाणी विच जिहड़ियां साखियां हैं उन्होंने किहड़ा कोई अखों ओले कर देगा। मुल खरीदी लाला गोला मेरा नाम सुभागा, बच्चा जिहड़ा अग विच सड़ के सो मर गया सी, उन्होंने सतगुरु नानक साहब जी ने जिउंदा कीता। उस मौके ते पवित्र शब्द ये उच्चारिया, सम्मन ते मूसन दी साखी साडे पास सिर वढ़ लिया अपने पुत्र दा, हजूर सच्चे पातशाह ने जिउंदा कीता। महाराज कहणगे सिखो मान न करियो, असीं सिर वढ़ के गुरु घर दी सेवा कीती, सिर उतार के हजूर ने बचन फरमाए हैं, सम्मन जो इस प्रेम की दमक्या होती साथ, रावण होते सो रंक नहीं जिन सिर दूने साथ। जे किसी पैसों के बच्चे प्रेम खरीदा जा सकता तो रावण कोई कंगालता नहीं थी। उन्हें अपने सिर वढ़ के शिव जी भगवान के हाजिर किए और वापस दे देंदे रहे। 10 बारी सिर वढ़ के हाजिर किए, फिर वापस होए तो 10 तरह लोगों ने किया। तो गरीब नवाज सच्चे पातशाह महाराज साहब जी समर्थ हैं और उन्होंने मार के 5 सिखों को तलवार के नाल 2 टोटे करके फिर सच्चे पातशाह ने सुरजीत किया और पंडे ने अमृत की दात बख्शी।
ਜਿਸ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਚਾਰ ਕੁਰੈਤਨ ਤੋਂ ਸਾਨੂੰ ਮਨਾ ਕੀਤਾ, ਪੰਜਾਂ ਕਕਾਰਾਂ ਦੀ ਰਹਿਤ ਔਰ ਪੰਜਾਂ ਬਾਣੀਆਂ ਨਿਤਨੇਮ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਤਾਰਾਨੰਦ ਸਾਹਿਬ, ਅੰਮ੍ਰਿਤ ਵੇਲੇ ਦਾ ਨਿਤਨੇਮ, ਸ਼ਾਮ ਦੇ ਮੌਕੇ ਤੇ ਰਹਿ ਰਾਸ, ਬਰਾਜਨ ਦੇ ਮੌਕੇ ਤੇ ਕੀਰਤਨ ਸੋਨੇ ਦਾ ਆਪ ਜੀ ਨੇ ਹੁਕਮ ਕੀਤਾ। ਔਰ ਪੰਜਵੇਂ ਸਰੂਪ ਦੇ ਵਿੱਚ ਵੀ ਆਗਿਆ ਕੀਤੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਾਏ ਅਰੋਗਾ, ਓਟ ਬਿਨ ਲਾਸੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਚੌਥੇ ਸਰੂਪ ਦੇ ਵਿੱਚ ਆਗਿਆ ਕੀਤੀ ਭਾਈ ਗੁਰਦਾਸ ਜੀ ਦੇ ਪ੍ਰਸਾਦ, ਮਹਾਰਾਜ ਮੈਨੂੰ ਦੱਸੋ ਮੈਂ ਗੁਰਸਿੱਖੀ ਜੀਵਨ ਕਿਵੇਂ ਜੀਵਾਂ। ਹਜ਼ੂਰ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਗਿਤ ਪਾਪ ਦੋਸ਼ ਲੈ ਜਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਵਿਰਾਜ ਧਿਆਨ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ। ਅਸੀਂ ਕਾਨੂੰਨ ਕੀ ਬਣਾਉਣਾ? ਕਾਨੂੰਨ ਬਣਿਆ ਪਿਆ, ਕਾਨੂੰਨ ਨੂੰ ਲਾਗੂ ਕਰਨਾ। ਅਸੀਂ ਕਾਨੂੰਨ ਨੂੰ ਛੱਡ ਚੁੱਕੇ ਹਾਂ, ਛਿੜਕ ਚੁੱਕੇ ਹਾਂ, ਜਿੰਨਾ ਕੁ ਫਿਰਦੇ ਹਾਂ ਉੱਥੇ ਆ ਜਾਈਏ। ਕਾਨੂੰਨ ਸਾਡੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਬਣਾ ਦਿੱਤਾ ਹੈ, ਔਰ ਕਾਨੂੰਨ ਬੜਾ ਸੁਖਾਲਾ, ਔਰ ਕਾਨੂੰਨ ਲੋਕ ਪਰ ਲੋਕ ਦੀ ਸਹਾਇਤਾ ਕਰਨ ਵਾਲਾ। ਸੱਚੇ ਪਾਤਸ਼ਾਹ ਜੀ ਨੇ ਆਪ ਨੇ ਮਿਹਰਾਂ ਕੀਤੀਆਂ ਹਨ। ਦਸਮ ਸਰੂਪ ਦੇ ਵਿੱਚ ਕਹਿ ਦਿੱਤਾ, ਸੁਣ ਗੁਰ ਸਿੱਖੀ ਰਹਿਤ ਤੋਂ ਤਜਾ ਤੰਬਾਕੂ ਸੰਗ, ਮਰਨੀ ਮਰੈ ਤੋਂ ਅੱਤ ਪਲਾ ਜਗ ਜੂਠ ਮੈਂ ਅੰਗ, ਸਿੱਖੀ ਨਿਸ਼ਾਨੇ ਹਰਫ ਅਸ ਪੰਜ ਕਾਫ, ਬਾਸ਼ ਅਜੂ ਹਰਗਿਜ਼ ਨ ਮੁਆਫ, ਉੱਕਾ ਹਰਾਮ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰ ਦਰੂ ਸਿਆ ਫਾਮ। ਸੋ ਚਾਰ ਕੁਰੈਤ ਉੱਕਾ ਹਜਾਮ ਹਲਾਲ ਤੇ ਹਰਾਮ, ਜਿਸ ਵਿੱਚ ਪੰਜਵੀਂ ਕੁਰੈਤ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਕਦੇ ਕਿਸੇ ਸਿੱਖ ਨੇ ਆਪਣੇ ਬਾੜੇ ਨੂੰ ਕਾਲਾ ਨਹੀਂ ਕਰਨਾ। ਪਹਿਲੇ ਪਾਤਸ਼ਾਹ ਜੀ ਇਸ ਮੌਕੇ ਵੀ ਇਹ ਬਚਨ ਕੀਤੇ, ਜੇ ਜਰਵਾਣਾ ਪਰ ਹਰਾ ਜਰ ਵੇਚ ਕਰਨ ਦੀ ਆਈ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹਨਾਂ ਕੁਰੈਤਾਂ ਤੋਂ ਬਚਾਇਆ, ਸਾਨੂੰ ਸ਼ਰਾਬ ਤੋਂ ਬਚਾਇਆ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਸ ਪੀਤਾ ਮਤ ਦੂਰ ਹੋਏ, ਬਰਨ ਪਾਵਾ ਵਿੱਚ ਆਏ, ਆਪਣਾ ਭਰਾ ਨਾ ਪਛਾਣੂ, ਖਸਮੇ ਧੱਕੇ ਖਾਏ, ਜਿਸ ਪੀਤਾ ਖਸਮ ਵਿਸਰੈ, ਦਰਗਾ ਮਿਲਾ ਸਜਾਏ, ਝੂਠਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਬਤਾਏ। ਉਕਾਈ ਝੂਠੀ ਸ਼ਰਾਬ ਨੂੰ ਨਹੀਂ ਪੀਣਾ। ਜਿੱਥੇ ਤੱਕ ਵੀ ਬਾਤ ਚੱਲਦੀ ਹੈ, ਜਦੋਂ ਤੱਕ ਹੋਸ਼ ਆਵਾਜ਼ ਕਾਇਮ ਹੈ, ਪ੍ਰਾਣ ਚੱਲਦੇ ਹਨ। ਅੱਜ ਕੱਲ੍ਹ ਲੋਕੀ ਕਹਿੰਦੇ ਕਿ ਦਵਾਈ ਸਮਝ ਕੇ ਪੀਤੀ ਜਾਂਦੀ ਹੈ, ਗਲਾ ਸਾਫ਼ ਕਰਨ ਵਾਸਤੇ ਪੀਤੀ ਜਾਂਦੀ ਹੈ। ਸੋ ਭਾਈ ਗੁਰੂ ਘਰ ਦੇ ਵਿੱਚ ਕਿਤੇ ਵੀ ਇਹ ਨਹੀਂ। ਔਰ ਜਿਹੜੇ ਲੋਕ ਕਹਿੰਦੇ ਨੇ ਪੰਜਵਾਂ ਰਤਨ ਹੈ, ਰਤਨਾਂ ਦੇ ਵਿੱਚੋਂ ਸੀ, ਪਰ ਇਹ ਪੀਤੀ ਕਿਹਨੂੰ? ਪੰਜਵਾਂ ਰਤਨ ਵੀ ਨਹੀਂ। ਜੇ ਗਿਣਤੀ ਕਰੀਏ ਸ੍ਰੀਮਨ ਰੰਭਾ ਬਾਣੀ ਕਨਕ ਤਲਨ ਪ੍ਰਵਾਨ ਵਿੱਚ 1300 ਕਲਪ ਸਰ ਸੰਖ ਅਮੀ ਗਾਜਰਾਜ ਹੋਰ ਨੰਬਰ ਇਹਦਾ ਹੈ। ਪਰ ਪਿਆਈ ਕਿਹਨੂੰ? ਦੈਂਤਾਂ ਨੂੰ। ਅਸੀਂ ਦੈਂਤ ਨਹੀਂ ਬਣਨਾ। ਸਾਨੂੰ ਤਾਂ ਸਤਿਗੁਰੂ ਜੀ ਨੇ ਜਿਹੜੇ ਮਾਨਸ ਤੇ ਦੇਵਤੇ ਕੀਏ, ਦੇਵਤੇ ਵੀ ਕਿਹੜੇ? ਇਹ ਸਵਰਗ ਦੇ ਦੇਵਤੇ ਨੇ ਸਾਨੂੰ ਬਣਾਇਆ। ਉਹ ਦੇਵਤੇ ਵਿਚਾਰੇ ਤਾਂ ਦੇਹੀ ਕੋ ਸਿਮਰਨ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਾਨੂੰ ਦੇਵਤੇ ਕਿਹੜੇ ਬਣਾਇਆ? ਦਿਵਤਾ ਤੂੰ ਪ੍ਰਕਾਸ਼ ਸ਼ਰਤੇ, ਪ੍ਰਕਾਸ਼ ਰੂਪ ਸਾਨੂੰ ਬਣਾਇਆ, ਆਪਣਾ ਰੂਪ ਸਾਨੂੰ ਸਤਿਗੁਰੂ ਜੀ ਨੇ ਬਣਾਇਆ। ਜੰਮਣ ਮਨ ਤੋਂ ਰਹਿਤ ਕਰਕੇ ਬ੍ਰਹਮ ਸਰੂਪ ਦੇ ਵਿੱਚ ਲੀਨ ਕੀਤਾ। ਜਿਨ੍ਹਾਂ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ, ਉਹਨਾਂ ਨੇ ਇਹ ਸ਼ਰਾਬ ਛੁਡਾਈ ਹੈ। ਸਾਡੇ ਪਾਸ ਸਾਥੀ ਹੁਣ ਦੂਸਰੇ ਪਾਤਸ਼ਾਹ ਦੇ ਮੌਕੇ ਤੇ ਮਲੂਕ ਦਾਸ ਚੌਧਰੀ ਸ਼ਰਾਬ ਪੀਂਦਾ, ਮਿਰਗੀ ਦੀ ਬਿਮਾਰੀ ਪੈਂਦੀ ਹੈ, ਨੇੜੇ ਗੁਰੂ ਕੇ ਸਥਾਨ ਦੇ ਉਹਦਾ ਘਰ ਹੈ, ਲੱਖਾਂ ਜੀਵ ਇੱਥੇ ਉਧਰ ਰਹਿ ਰਹੇ ਮਨਾ, ਤੂੰ ਵੀ ਗੁਰੂ ਕੇ ਚਰਨਾਂ 'ਚ ਬੇਨਤੀ ਕਰ। ਹਾਜ਼ਰ ਹੋਇਆ ਮਲੂਕ ਦਾਸ, ਗਲਤੀ ਕੋਈ ਕਰਦਾ ਹੋਵੇਗਾ ਜੀ, ਹੋਰ ਤਾਂ ਕੋਈ ਨਹੀਂ, ਸ਼ਰਾਬ ਪੀਂਦਾ ਹਾਂ, ਐਦੋਂ ਵੱਡੀ ਗਲਤੀ ਹੋਰ ਕੀ? ਸਾਰੀਆਂ ਗਲਤੀਆਂ ਤੇ ਖਰਾਬੀਆਂ ਦੀ ਜੜ ਉਹ ਤਾਂ ਪੈਦਾ ਕਰ ਲਈ, ਫਿਰ ਕਿਹੜੀ ਗਲਤੀ ਜਿਹੜੀ ਨਹੀਂ ਕਰੇਗਾ? ਹਜ਼ੂਰ ਆਗਿਆ, ਅੱਜ ਤੋਂ ਸ਼ਰਾਬ ਨਹੀਂ ਪੀਣੀ, 7 ਵਚਨ ਮਿਰਗੀ ਵੀ ਨਹੀਂ ਆਵੇਗੀ, 7 ਸਾਲ ਦੀ ਮਿਰਗੀ ਪਈ, ਭਾਗ ਛੋਟੇ ਭਾਗ ਜਾਗਤਾ। ਸੋ ਬੂੰਦਾਬਾਂਦੀ ਹੋ ਰਹੀ ਹੈ, ਕੁੱਕੜ ਦੀ ਗਰਦਨ ਮਰੋੜ ਲਈ, ਬੋਤਲ ਮੰਗਾ ਲਈ, ਬੋਤਲ ਨਹੀਂ ਹੋਊਗੀ ਉਸ ਮੌਕੇ ਤੇ ਫਰਾਈ ਹੋਵੇਗੀ, ਮੰਗਾ ਲਈ, ਪੀ ਲਈ, ਕਮਰਾ ਹੋ ਗਿਆ, ਬਰਨ ਪਾਵੇ ਵਿੱਚ ਆਏ, ਦਿਮਾਗ ਦੇ ਵਿੱਚ ਖਰਾਬੀ ਪਈ, ਉਸੇ ਬਾਰੀ 'ਚ ਬੈਠ ਕੇ ਪਾਪਾ ਜੀ ਸਜੇ ਹੋਏ ਦੀਵਾਨ ਦੇ ਵਿੱਚ, ਪਾਪਾ ਜੀ ਅੱਜ ਨਹੀਂ ਮੈਥੋਂ ਰਿਹਾ ਗਿਆ, ਚੰਗਾ ਉਹ ਹੁਕਮ ਦੇ, ਸਾਡੇ ਹੁਕਮ ਵਿੱਚ ਇਹ ਪਕੜੀ ਹੋਈ ਸੀ, ਆ ਹੀ ਲੈ। ਚੱਟ ਮਿਰਗੀ ਉੱਠੀ, ਉਸੇ ਬਾਰੀ ਵਿੱਚੋਂ ਗਰਦਨ ਪਰਨੇ ਥੱਲੇ ਡਿੱਗ ਕੇ ਚੜ੍ਹਾਈ ਕਰ ਗਿਆ। ਸੋ ਕਿੰਨੀਆਂ ਮਿਸਾਲਾਂ ਹੁਣ ਸਾਡੇ ਪਾਸ। ਹਜ਼ੂਰ ਦੇ ਬਚਨ ਹਨ, ਮਦਰਾ ਦੈਤਾ ਸਬਤ ਕੋਲ,
पंग दह तन एक, जगत जूर सतकुंड है, निंदा दह अनेक। इस वास्ते भैड़ी शराब, चार पुरैतां, दाड़ी, रंगड़ी, होर बाकी ਜਿਹੜੀਆਂ ਬੜੀਆਂ ਕੁਰੀਤੀਆਂ ਹਨ ਸਾਡੇ ਵਿੱਚ, ਜਿਨ੍ਹਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਬਚਾਇਆ ਸੀ, ਉਹਨਾਂ ਤੋਂ ਬਚਣਾ ਚਾਹੀਦਾ। ਸੋ ਜੇ ਸਾਡਾ ਜੀਵਨ, ਜੋ ਅਸੀਂ ਰਾਗੀ ਹਾਂ, ਜੋ ਅਸੀਂ ਗ੍ਰੰਥੀ ਸਿੰਘ ਹਾਂ, ਸਾਡੀ ਬੜੀ ਭਾਰੀ ਜ਼ਿੰਮੇਵਾਰੀ ਹੈ, ਛੋਟੀ ਜਿਹੀ ਜ਼ਿੰਮੇਵਾਰੀ ਨਹੀਂ। ਜਿੰਨਾ ਪ੍ਰਚਾਰ ਦਾ ਮੁੱਢ ਹੈ ਸੋ ਉਹ ਅਸੀਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਆਪ ਜੀ ਨੇ ਸੰਪੂਰਨ ਕੀਤਾ, ਉਸ ਮੌਕੇ ਤੇ ਵਿਚਾਰ ਕੀਤੀ ਕਿ ਹੁਣ ਇਹ ਸਤਿਗੁਰੂ ਗ੍ਰੰਥ ਸਾਹਿਬ ਦਾ ਚੌਰ ਸਾਹਿਬ ਕਿਸ ਨੂੰ ਪਕੜਾਈਏ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਿਸ ਨੂੰ ਬਿਠਾਈਏ, ਉਹ ਕਿਹੜਾ ਐਡਾ ਵੱਡਾ ਸਿੱਖ ਭਾਲੀਏ। ਉਹ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਹੋਏ ਜੇ ਸੋਢੀਆਂ ਵਿੱਚੋਂ ਕਿਸੇ ਨੂੰ ਇਹ ਸੇਵਾ ਦਿੱਤੀ, ਉਹਨਾਂ ਨੂੰ ਮਾਣ ਹੈ ਕਿ ਮੈਂ ਸਾਡੇ ਵਿੱਚੋਂ ਸਤਿਗੁਰੂ ਨਾਨਕ ਸਾਹਿਬ ਹੋਏ, ਤੇ ਇਹਨਾਂ ਵਿੱਚੋਂ ਕਹਿਣਗੇ ਗੁਰੂ ਅੰਗਦ ਸਾਹਿਬ ਹੋਏ, ਭੱਲੇ ਕਹਿਣਗੇ ਸਤਿਗੁਰੂ ਅਮਰਦਾਸ ਜੀ ਹੋਏ, ਸੋਢੀ ਕਹਿਣਗੇ ਕਿ ਹੁਣ ਗੁਰਤਾ ਗੱਦੀ। ਸੋ ਬੀਬੀ ਭਾਨੀ ਜੀ ਨੇ ਬੇਨਤੀ ਕਰਕੇ ਸੋਢ ਬੰਸ ਵਿੱਚ ਲੈ ਹੀ ਲਈਏ, ਪੱਕੇ ਤਰੀਕੇ ਦੇ ਨਾਲ ਹੁਣ ਅਸੀਂ ਮਾਲਕੀ ਬਣ ਗਏ। ਇਸ ਨੂੰ ਇਹ ਸੇਵਾ ਦੇਈਏ ਜੋ ਸਿੱਖੀ ਵਿੱਚ ਨਿਪੁੰਨ, ਚਤੁਰ ਤੇ ਅਹਿਲ ਹੋਵੇ। ਹਜ਼ੂਰ ਦੇ ਬਚਨ ਹਨ, ਹਸਤੀ ਸਿਰ ਜੋ ਅੰਕਤ ਹੈ, ਅਹਲਨ ਜਿਉ ਸਿਰ ਦੇ, ਮਨ ਤਰ ਆਗਾ ਰਾਸਤਾ ਉਭੀ ਸੇਵ ਕਰੇ, तो गुरमुख आप निवारिया सब राज सृष्टि चाले। गुरमत मत अचल है, चिलाए न सका कोई, आहरण मत वेद हथियार। सच्चे पातशाह ने बचन किए, देखा कि केवल बाबा बुढ़ा जी इस सेवा के लायक हैं, और जिन्हों के पास साडी माता ने, जगत माता ने भेजिया, जे अगे वास्ते साहिबजादा चाहते हो तो ब्रह्म ज्ञान में निपुण, इंद्रजित, जीवन मुक्त, ब्रह्म ज्ञानी, भगत ज्ञानी बाबा बुढ़ा जी हैं, उन्होंने पासों वर मिल सकता है। उन्होंने को सिखा खालसा जी ये सेवा दी गई और भाई साहब की पदवी प्राप्त हुई। सो भाई मनी सिंह साहब जी ने ये बख्शिशा हुई। समा ज्यादा हो गया होना, मैं दास इतने बेनती संतोषदा है। सो साडी वड्डी भारी जिम्मेवारी है, जदों असीं ग्रंथी सिंह कहाउंदे हां, उस मौके सानूं समझ लेना चाहिए है कि सानूं बाबा बुढ़ा जी वाली पदवी प्राप्त हुई है, भाई मनी सिंह वाली पदवी से असीं स्थित होए हां। सानूं भाई का दर्जा सतगुरू जी ने कृपा करके दिता, अपना भरा बनाया है। इस वास्ते साडा जीवन उच्चा होवे। जे असीं अपना जीवन उच्चा नहीं करांगे तां भाई गुरदास साहब ने फरमाया, बज्जर पाप न लथनी जो कीता गंगा। बाहर पाप करके लोग गंगा ते जाके लाउंदे ने, ते गंगा जाके ओदे किनारे ते जाके जे कोई पाप करे कहते वो नहीं उतरना। लोग इत्थे आउंदे ने अपने पाप लाउण और साडे पासों अरदासां करवाउंदे ने, बेनतियां करवाउंदे ने, भाई साहब जी बेनती करो मेरे पाप लै जाण, मेरे ते बख्शिश होवे। ते जे भाई साहब ही हर रोज दा शराबी, नितनेम तो गिरिया होया, अमृत वे दा इशनान नहीं, बेविचारित जीवन ढिला है, तो फिर उन्हें अरदास की करनी है। उन्हें अरदास की चीज़ लाभ भी की और सगों बजर पाप कर रहा, उन्हें उतरना। रागी सिंह हो के जे शराब पीते तो बिना गला ही साफ नहीं होंदा। जे लालची अत्यंत बहुते तो बहुता ਉਹਦਾ प्रभाव संगतां के उपर नहीं पैना। मन नहीं अकागर होंगे सुनने वाली संगतां दे। ये केवल इसे पासे वाली ख्याल है कि कोई पैसा रखता है कि नहीं। जे तो बाजे तो बहुते पैसे आ गए तो उच्ची उच्ची सुना, नहीं तो औखी घड़ी ना देखण दे अपना दर्द संभाले, इहो फिर कर लग जाना। इहो नहीं करना चाहिए। सो साडा जीवन उच्चा होवे, तप ते त्याग दे नाल गुरमत दा प्रचार हो सकदा, एवें नहीं। खालसा जी कुरीतियां दा प्रचार कुरीति वाला पुरुष कर सकता है। सो जो गुरमत का प्रचार है, ये वास्ते प्रचार करनी बड़ी भारी जिम्मेवारी है। और सब तो वड्डी ये कि जीवन उच्चा होवे और अमली जीवन होवे, सुखे का अमली नहीं, शराब का अमली नहीं। सो होर किसी चीज़ का ना कोई अमली समझ लेंदा होवे। भाव जो रचना तो कहता है गुरु का सिख, वो अपने शरीर तौर पर उस तरह वरत रहा हो। ये ना हो कि जिन मन होर मुख होर के कांडे कच्चे हो जाओगे, फिर असं साड़ी परवाह नहीं किसी ने फिर करनी। जब ये कह विप्रन की रीत तब मैं न करो इनकी प्रतीत। तो ये कानून फिर साढ़े से लागू हो जाएगा, कितने इं ना हो। धन गुरु गोबिंद सिंह साहब ने हद ही मुका दी। 5 थावां ते इतिहास में आउंदा है, सुते सिद्ध कोई बचन करन तो 5 वारी सतगुरु कलगीधर सच्चे पातशाह ने तनख्वाह लाई है सिंघां ने। अज जे कोई गलती करता है
ਤਾਂ ਜੇ ਕੋਈ ਕੁਰੈਤ ਕਰ ਲੈਂਦਾ ਜੇ ਉਹਨੂੰ ਆਪਣੇ ਆਪ ਅਹਿਸਾਸ ਹੀ ਨਹੀਂ ਕਿ ਮੈਂ ਪੰਜਾਂ ਪਿਆਰਿਆਂ ਤੋਂ ਮੁਆਫੀ ਲਵਾਂ, ਮੈਂ ਵੱਡਾ ਗ੍ਰੰਥੀ, ਮੈਂ ਵੱਡਾ ਰਾਗੀ, ਲੋਕਾਂ ਵਿੱਚ ਮੇਰੀ ਇੰਨੀ ਪ੍ਰਭਤਾ, ਜੇ ਮੈਂ ਇਹ ਕਹਿ ਦਿੱਤਾ ਕਿ ਮੈਨੂੰ ਤਨਖਾਹ ਲਾਓ, ਲੋਕਾਂ ਦੀ ਨਿਗਾਹ ਵਿੱਚੋਂ ਮੈਂ ਗਿਰ ਜਾਵਾਂ। ਅੱਜ ਬਾਹਰਲੀ ਵਡਿਆਈ ਤੇ ਸੋਭਾ ਦੀ ਸਾਨੂੰ ਪੈ ਗਈ, ਉਹ ਉੱਚਾ ਜੀਵਨ ਦਸਮ ਪਾਤਸ਼ਾਹ ਵਾਲਾ ਆਦਰਸ਼। ਭਾਈ ਅਸੀਂ ਤਾਂ ਇੰਨਾ ਹੀ ਕਿਹਾ ਹੈ ਕਿ ਇਹ ਮੱਠ ਚੰਗਾ, ਇਹਦੇ ਵਿੱਚ ਕਬਰ ਚੰਗੀ ਬਣੀ ਹੋਈ ਹੈ। ਭਾਈ ਮਾਨ ਸਿੰਘ ਜੀ ਕਹਿੰਦੇ ਮਹਾਰਾਜ ਤਨਖਾਹ ਲਾਵਾਂਗੇ। ਤੁਸੀਂ ਕਿਹਾ ਹੈ ਕਿ ਗੋਰ ਮੜੀ ਮੱਠ ਫੂਲ ਨਾ ਮੰਨ, ਤੁਸੀਂ ਪ੍ਰਤੱਖ ਉਹਦੀ ਮਹਿਮਾ ਕੀਤੀ ਹੈ, ਲਾਓ ਭਾਈ ਤਨਖਾਹ। ਸੱਚੇ ਪਾਤਸ਼ਾਹ ਜੀ ਨੂੰ ਪੰਜਾਂ ਪਿਆਰਿਆਂ ਨੇ 25 ਰੁਪਏ ਤਨਖਾਹ ਲਾਈ। ਇਤਿਹਾਸ ਪੜ੍ਹ ਕੇ ਵੇਖੋ, ਲੂੰਗੀ ਤੇ ਖੇਸ ਲਿਆ ਕੇ ਹਾਜ਼ਰ ਕੀਤਾ, ਹਜੂਰ ਦੇ ਲੱਕ ਨਾਲ ਲੂੰਗੀ ਲਪੇਟ ਲਈ। ਮਹਾਰਾਜ ਇਹ ਕੀ ਤੁਸੀਂ ਕੀਤਾ ਕਿ ਸ਼ਹਿਰ ਦੇ ਉੱਪਰ ਦੀ ਵੀ ਇਹ ਚਾਦਰ ਇਹ ਲੂੰਗੀ ਤਨਖਾਹ ਲਾਵਾਂਗੇ, ਲਾਓ ਖਾਲਸਾ ਜੀ ਤਨਖਾਹ। ਮਹਾਰਾਜ ਤੁਸੀਂ ਇਹ ਕਿਉਂ ਕਰਦੇ ਹੋ? ਖਾਲਸਾ ਜੀ ਤੁਹਾਨੂੰ ਸਿਖਾਉਣ ਵਾਸਤੇ ਕਰ ਰਹੇ ਹੋ। ਜਦੋਂ ਤੱਕ ਤਨਖਾਹ ਲਵਾਉਂਦੇ ਰਹੋਗੇ, ਜਦੋਂ ਤੱਕ ਤਨਖਾਹ ਲਾਉਂਦੇ ਰਹੋਗੇ, ਜਦੋਂ ਤੱਕ ਚੜ੍ਹਦੀ ਕਲਾ ਰਹਿ ਗਈ। ਜਦੋਂ ਇਹ ਕਹੋਗੇ ਕਿ ਮੈਨੂੰ ਕੌਣ ਹੈ ਜਿਹੜਾ ਤਨਖਾਹ ਲਾਵੇ, ਮੈਨੂੰ ਕਿਹੜਾ ਜਿਹੜਾ ਅਟਕਾ ਸਕੇ ਤੇ ਰੋਕ ਸਕੇ, ਪਹਿੰਦੀਆਂ ਕਲਾ ਵਿੱਚ ਚਲੇ ਜਾਓ। ਖਾਲਸਾ ਜੀ ਸਾਡਾ ਜੀਵਨ ਐਸਾ ਹੋਣਾ ਚਾਹੀਦਾ। ਦਾਸ ਇੱਕ 2 ਮਿੰਟ ਹੋਰ ਗਲਤੀ ਕਰ ਲਵਾਂ ਟਾਈਮ ਦੀ ਉਲੰਘਣਾ ਦੀ। ਸੋ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ, ਭਾਵੇਂ ਦਸਮ ਪਾਤਸ਼ਾਹ ਦੀ ਆਗਿਆ ਕਿ ਆਪਣਿਆਂ ਦੀ ਪ੍ਰਭਤਾ ਆਪ ਨਹੀਂ ਕਰਨੀ ਚਾਹੀਦੀ, ਪਰ ਆਪਣਿਆਂ ਦਾ ਗੁਣ ਉਹ ਵੀ ਨਹੀਂ ਅੱਖਾਂ ਖੋਲ੍ਹ ਕਰਨਾ ਚਾਹੀਦਾ। ਆਪ ਜਦੋਂ ਇਸ਼ਨਾਨ ਕਰਿਆ ਕਰਦੇ, ਸਰੀਰ ਕੁਛ ਵਿਰਧ ਹੋ ਚੁੱਕਾ ਸੀ, ਸੁੱਤੇ ਸਿੱਧ ਉਹਨਾਂ ਦੇ ਗਾਤਰੇ ਇਹ ਕਿਰਪਾਨ 8 ਸਾਲ ਰਹੀ। ਐਡੀ ਵੱਡੀ ਕਿਰਪਾਨ ਉਹਨਾਂ ਦੇ ਗਾਤਰੇ ਹੁੰਦੀ ਸੀ। ਜਦੋਂ ਇਸ਼ਨਾਨ ਕਰਨਾ ਉਸ ਮੌਕੇ ਤੇ ਥੋੜੀ ਜਿਹੀ ਛੋਟੀ ਕਿਰਪਾਨ ਹੁੰਦੀ ਸੀ, ਜੋ ਸੀਸ ਦੇ ਉੱਪਰ ਆਪਣੇ ਪਰਨੇ ਵਿੱਚ ਲਪੇਟ ਕੇ ਸੀਸ ਦੇ ਉੱਪਰ ਪਹਿਲਾਂ ਸਜਾਈ ਜਾਂਦੀ, ਫਿਰ ਇਹ ਕਿਰਪਾਨ ਗਾਤਰੇ ਤੋਂ ਲਾਈ ਜਾਂਦੀ। ਪਹਿਲਾਂ ਉਹ ਕਿਰਪਾਨ ਸੀਸ ਤੇ ਸਜਾ ਲੈਣੀ, ਕਿਉਂਕਿ ਪੰਜਾਂ ਕਕਾਰਾਂ ਦੀ ਰਹਿਤ ਇਹ ਨਹੀਂ ਕਿ ਰਾਤ ਨੂੰ ਅਸੀਂ ਕਿਰਪਾਨਾਂ ਕਿੱਲੀ ਤੇ ਟੰਗ ਦੇਈਏ, ਤੜਕੇ ਉੱਠ ਕੇ ਫਿਰ ਪਾ ਲਈਏ। ਇਹ ਕੋਈ ਕਿਤੇ ਮਰਜ਼ਾਦਾ ਨਹੀਂ। ਦਸਮ ਪਾਤਸ਼ਾਹ ਨੇ ਇਹ ਨਹੀਂ ਕਿਹਾ, ਬਲਕਿ ਕਿਹਾ ਕਿ ਹਰਗਿਜ਼ ਨਾ ਮੁਆਫ, ਕਦੇ ਮੁਆਫ ਨਹੀਂ ਕਰਾਂਗੇ। ਜਿਹੜੇ ਕਹਿੰਦੇ ਕਿਰਪਾਨਾਂ ਗਾਤਰੇ ਕੀ ਲੋੜ ਹੈ, ਕੰਗੇ ਦੇ ਵਿੱਚ ਟੰਗ ਲਓ, ਬਿਲਕੁਲ ਗਲਤੀ ਔਰ ਸਖਤ ਗਲਤੀ ਹੈ। ਸੋ ਇੱਕ ਦਿਨ ਦਾਸ ਦੇ ਪਾਸੋਂ ਭੁੱਲ ਹੋਈ, ਗਲਤੀ ਹੋ ਗਈ, ਕਿਰਪਾਨ ਬਦਲਾਉਣ ਲੱਗਾ ਹਾਂ, ਉਹ ਕਿਰਪਾਨ ਛੋਟੀ ਫੜਾ ਰਿਹਾ, ਵੱਡੀ ਪਕੜ ਲੱਗਾ ਹਾਂ, ਅਚਨਚੇਤ 1 ਸੈਕਿੰਡ ਦਾ ਫਰਕ ਪੈ ਨਹੀਂ ਪਿਆ, ਥੋੜਾ ਜਿਹਾ ਹੱਥ ਉਰੇ ਰਹਿ ਗਿਆ ਔਰ ਉਹਨਾਂ ਨੇ ਛੇਤੀ ਨਾਲ ਹੱਥ ਕਿਰਪਾਨ ਨੂੰ ਪਾ ਲਿਆ। ਇੰਨੇ ਵਿੱਚ ਹੀ ਇੰਨੀ ਦਾਸ ਨੂੰ ਤਾੜਨਾ ਹੋਈ, ਸ਼ਾਇਦ ਸਾਰੀ ਜ਼ਿੰਦਗੀ 13 ਸਾਲਾਂ ਵਿੱਚ ਨਹੀਂ ਹੋਈ। ਔਰ ਇੰਨਾ ਅਫਸੋਸ ਮਹਾਂਪੁਰਖਾਂ ਨੇ ਕੀਤਾ, 1 ਸੈਕਿੰਡ ਪਰ ਉਹ ਕਿਰਪਾਨ ਦੇ ਗੱਤ ਨੂੰ ਹੱਥ ਨਹੀਂ ਪਿਆ। ਰੋ ਪਏ ਉਸ ਮੌਕੇ ਤੇ। ਆਪ ਜਾ ਕੇ ਮਹਾਰਾਜ ਦੀ ਹਜ਼ੂਰੀ 'ਚ ਖੜੇ ਹੋ ਗਏ, ਕਹਿੰਦੇ ਛੇਤੀ ਕਰੋ, 5 ਪਿਆਰੇ ਸਾਨੂੰ ਤਨਖਾਹ ਲਾਓ, ਅਸੀਂ ਉਹਨਾਂ ਚਿਰ ਜਲ ਪਾਣੀ ਨਹੀਂ ਕੋਈ ਮੂੰਹ ਵਿੱਚ ਪਾਉਣਾ। 1 ਸੈਕਿੰਡ ਪਰ ਗਾਤਰਾ ਸਾਡੇ ਹੱਥ 'ਚੋਂ ਦੂਰ ਕਿਉਂ ਹੋ ਗਿਆ? ਖਾਲਸਾ ਜੀ 5 ਪਿਆਰਿਆਂ ਨੇ ਤਨਖਾਹ ਲਾਈ ਔਰ ਕਹਿਣਗੇ ਜੋ ਮਰਜ਼ੀ ਰੱਜ ਕੇ ਤਨਖਾਹ ਲਾਓ। ਤਨਖਾਹ ਲੱਗੀ ਆਪ ਜੀ ਨੂੰ ਕਿ 5 ਜਪਜੀ ਸਾਹਿਬ ਦੇ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਰੋ, ਔਰ ਉਹਨਾਂ ਨੇ 5 ਜਪਜੀ ਸਾਹਿਬ ਦੇ ਪਾਠ ਕੀਤੇ ਔਰ ਫਿਰ ਕਹਿਣ ਲੱਗੇ ਭਾਈ ਤੁਸੀਂ ਵੀ ਕਰੋ। ਸਾਰੀ ਸੰਗਤ ਦੇ ਪਾਸੋਂ ਪਾਠ ਕਰਵਾਏ ਔਰ ਕਿਹਾ ਕਿ ਸਿੰਘੋ ਕਦੇ ਵੀ ਭਾਈ 5 ਕਕਾਰਾਂ ਦੀ ਰਹਿਤ ਜੇ ਸਾਡੇ ਪਾਸੋਂ ਚਲੇਗੀ ਤਾਂ ਸਾਡੇ ਪਾਸ ਕੁਝ ਵੀ ਨਹੀਂ ਰਹਿ ਗਿਆ। ਅੱਜ ਦਾ ਤਖੱਲਸ ਐਵੇਂ ਖਾਲਸਾ ਨਹੀਂ ਸੀ ਕਿ ਤਖੱਲਸ ਹੀ ਰੱਖ ਲਿਆ ਹੋਵੇ ਤੇ ਖਾਲਸੇ ਵਾਲਾ ਜੀਵਨ ਨਾ ਹੋਵੇ। ਸੋ ਖਾਲਸਾ ਜੀ ਜੇ ਸਾਡਾ ਜੀਵਨ ਐਸਾ ਨਿੱਘਰ ਤੇ ਠੋਸ ਹੋਵੇਗਾ, ਸਾਡੇ ਤੁਰੇ ਜਾਂਦਿਆਂ ਵੀ ਸੰਗਤ ਤੇ ਪ੍ਰਭਾਵ ਪਵੇਗਾ, ਸਾਡੇ ਬੈਠਣ ਦਾ ਪ੍ਰਭਾਵ ਵੀ ਪਵੇਗਾ, ਸਾਡੇ ਕੀਰਤਨ ਤੇ ਕਥਾ ਦਾ ਪ੍ਰਭਾਵ ਵੀ ਪਵੇਗਾ, ਸਾਡੇ ਪ੍ਰਚਾਰ ਦਾ ਪ੍ਰਭਾਵ ਵੀ ਪਵੇਗਾ, ਸਾਡੀ ਅਰਦਾਸ ਵੀ ਮੰਨੀ ਜਾਵੇਗੀ। ਰਹਿਤ ਮਰਿਆਦਾ ਜੇ ਪੱਕੇ ਰਹੀਏ, ਸਤਿਗੁਰੂ ਜੀ ਕਿਰਪਾ ਕਰਨ। ਸਾਰੇ ਉੱਚੇ ਜੀਵਨ ਵਾਲੇ ਹੋ, ਦਾਸ ਨੂੰ ਹੁਕਮ ਹੋਇਆ ਸੀ ਕੋਈ ਬੇਨਤੀ ਕਰ। ਸੋ ਆਪ ਸਭ ਸਿਆਣੇ ਹੋ, ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਹੀ ਕਰਨੀ ਬਣਦੀ ਹੈ ਕਿ ਕਲਯੁਗ ਦੇ ਭਿਆਨਕ ਸਮੇਂ 'ਚ ਸੱਚੇ ਪਾਤਸ਼ਾਹ ਆਪਣੇ ਰਹਿਤ ਮਰਿਆਦਾ ਆਪ ਸਾਡੇ ਪਾਸੋਂ ਕਿਰਪਾ ਕਰਕੇ ਰਖਾਓ, ਆਪ ਮਿਹਰਾਂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।